देश ਦੇ ਵਿੱਚ ਚਰਚਾ ਹੈ ਕਿ ਟਿਕਟੌਕ ਬੈਨ ਹੋਣ ਦੇ ਨਾਲ ਚਾਈਨਾ ਨੂੰ ਬਹੁਤ ਵੱਡਾ ਸੈਟਬੈਕ ਪਹੁੰਚਿਆ। ਮੀਡੀਆ ਨੂੰ ਉਦੋਂ ਮੀਡੀਆ ਕਿੱਥੇ ਗਿਆ ਸੀ ਦੇਸ਼ ਦੇ ਮੀਡੀਆ ਨੇ ਕਦੇ ਇਹ ਦਿਖਾਇਆ ਕਿ ਦੇਸ਼ ਦੇ ਵਿੱਚ ਸਿਹਤ ਸੇਵਾਵਾਂ ਸਾਡੀ ਕਿਸ ਤਰ੍ਹਾਂ ਦੀਆਂ, ਸਿਹਤ ਪ੍ਰਬੰਧ ਸਾਡੇ ਕਿਸ ਤਰ੍ਹਾਂ ਨੇ, ਕਿਸ ਤਰ੍ਹਾਂ ਲੋਕਾਂ ਨੂੰ ਜਲਾਉਣ ਲਈ ਜਗ੍ਹਾ ਨਹੀਂ ਹੈਗੀ, ਹਸਪਤਾਲਾਂ 'ਚ ਆਕਸੀਜਨ ਨਹੀਂ ਤੇ ਲੋਕੀ ਬਿਨਾਂ ਆਕਸੀਜਨ ਤੋਂ ਮਰਦੇ ਪਏ ਨੇ, ਕਿ ਇਸ ਚੀਜ਼ ਦੀ ਚਰਚਾ ਹੋਈ ਹੈ। ਹੁਣ ਤੁਸੀਂ ਕਹਿ ਰਹੇ ਹੋ ਸਾਡੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਕਿ ਨੈਸ਼ਨਲ ਸਿਕਿਉਰਿਟੀ ਅੱਜ ਤੋਂ ਪਹਿਲਾਂ 1 ਸਾਲ ਪਹਿਲਾਂ ਨਹੀਂ ਸੀ, 2 ਸਾਲ ਪਹਿਲਾਂ ਨਹੀਂ ਸੀ। ਉਹ ਕਹਿੰਦੇ ਡਾਟਾ ਸ਼ੇਅਰ ਕਰ। ਤੁਸੀਂ ਦੇਖੋ ਤੁਹਾਡਾ ਡਾਟਾ ਪਹਿਲਾਂ ਵੀ ਸ਼ੇਅਰ ਹੋਇਆ ਹੈ ਨਾ, ਉਹ ਚਲਿਆ ਗਿਆ ਉਹਨਾਂ ਕੋਲ, ਜੇ ਆਪਾਂ ਗੱਲ ਕਰਦੇ ਹਾਂ। ਤੁਸੀਂ ਇਹ ਚੀਜ਼ ਦਿਖਾ ਰਹੇ ਵੀ ਟਿਕਟੌਕ ਨਾਲ ਚਾਈਨਾ ਭੁੱਖਾ ਮਰ ਜੂਗਾ। ਹਾਂ, ਇਹੀ ਸਵਾਲ ਹੈ ਵੀ ਬਹੁਤ ਬੜੀ, ਮੈਂ ਕਹਿੰਦਾ ਝੂਠੀ ਗੱਲ ਹੈ ਇਹ। 1200 ਕਰੋੜ ਚਾਈਨਾ ਨੂੰ ਕੀ ਫਰਕ ਹੈ? 6 ਲੱਖ ਕਰੋੜ ਦਾ ਚਾਈਨਾ ਤੋਂ ਹਰ ਇੱਕ ਸਾਲ ਅਸੀਂ ਇੰਪੋਰਟ ਕਰਦੇ, 6 ਲੱਖ ਕਰੋੜ ਦਾ ਅਸੀਂ 1 ਸਾਲ ਦੇ ਵਿੱਚ। ਤੁਸੀਂ ਬੰਦ ਕਰਨਾ, ਚਾਈਨਾ ਦੇ ਮੋਬਾਈਲ ਬੰਦ ਕਰੋ। ਤੁਸੀਂ ਜਿਹੜੀ ਗੱਲ ਕਰਨੇ ਵਾਲੀ ਜੇ ਚਾਈਨਾ ਮੋਬਾਈਲ ਕਿਉਂ ਬੰਦ ਕੀਤੇ ਜੀ? ਜਿਹੜੇ ਤੁਸੀਂ 11 ਬਿਲੀਅਨ ਡਾਲਰ ਸਾਲ ਦਾ ਉਹਨਾਂ ਨੂੰ ਦੇ ਰਹੇ ਹੈਗੇ ਹੋ, ਤਾਂ ਉਹਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਹੈਗੀ? ਉਹਨਾਂ ਨੂੰ ਪਤਾ ਵੀ ਤਿਉਹਾਰ ਵੇਲੇ ਹਰ ਬੰਦੇ ਦੀ ਪਰਚੇਜ਼ਿੰਗ ਪਾਵਰ ਹੁੰਦੀ ਹੈ। ਤੁਸੀਂ ਹੁਣ ਕਰਨਾ ਸਟੈਪ ਲੈਣਾ, ਹੋਲੀ ਤੇ ਕੋਈ ਪਿਚਕਾਰੀ ਨਾ ਮੰਗਾਓ, ਕੋਈ ਰੰਗ ਨਾ ਮੰਗਾਓ, ਰੱਖੜੀ ਤੇ ਕੁਛ ਨਾ ਮੰਗਾਓ, ਦੀਵਾਲੀ ਦੀ ਲਾਈਟਾਂ ਬੰਦ ਕਰ ਦਿਓ, ਇਹਦੀ ਸਮਾਨ। ਤੁਸੀਂ ਦੇਖੋ ਸਾਡੇ ਦੇਸ਼ ਕਿੱਡਾ ਜ਼ਿਆਦਾ ਰੋਜ਼ਗਾਰ ਆ ਜਾਏਗਾ। ਤੁਸੀਂ ਦੱਸ ਰਹੇ ਸੀ ਕਿ 50% ਕਿੰਨਾ ਰੋਜ਼ਗਾਰ ਆਏਗਾ ਜੀ। ਤੁਸੀਂ ਸੋਚੀਏ ਨਾ, ਸਸਤਾ ਮਿਲਦਾ ਪਿਆ। ਤੁਸੀਂ ਠੀਕ ਆ, ਸਾਡਾ ਦੇਸ਼ ਵਾਸੀ ਮਹਿੰਗਾ ਸਮਾਨ ਲੈ ਲੈਣਗੇ, ਡੀਜ਼ਲ ਪੈਟਰੋਲ ਮਹਿੰਗਾ ਲੈ ਰਹੇ ਨਾ, ਹੱਥ ਪਾਤੀ ਨਹੀਂ ਤੁਸੀਂ, ਇੱਦਾਂ ਹੀ ਹੱਥ ਪੈ ਜੂ ਉਹਨਾਂ ਨੂੰ। ਜੇ ਹਿੰਦੁਸਤਾਨ 'ਚ ਸਮਾਨ ਬਣੇਗਾ ਤੇ ਮਿੱਟੀ ਦੇ ਭਾਂਡੇ ਬਾਹਰੋਂ ਆਉਣੇ, ਸਾਡੇ ਲੋਕ ਇੱਥੇ ਮਿੱਟੀ ਦੇ ਭਾਂਡੇ ਨਹੀਂ ਬਣਾਉਂਦੇ ਹੈਗੇ। ਕਿ ਟਿਕਟੌਕ ਦਾ ਕਹਿੰਦੇ ਤੁਸੀਂ ਬਾਈਕਾਟ ਕਰਦੇ ਪਏ, ਤੁਸੀਂ ਸਮਾਨ ਦਾ ਕਰੋ ਨਾ, ਜਿਹੜਾ ਤੁਹਾਨੂੰ ਲੁੱਟਿਆ ਜਾ ਰਿਹਾ ਤੁਸੀਂ ਉਹਦਾ ਕਰੋ। ਸਾਡਾ ਕਰੋਨਾ ਵਾਇਰਸ ਲਈ ਕਿੰਨੇ ਲੱਖਾਂ ਬੰਦਾ ਮਰਦਾ ਪਿਆ, ਸਿਲੰਡਰ ਤੁਹਾਡੇ ਕੋਲ ਨਹੀਂ, ਆਕਸੀਜਨ ਨਾਲ ਬੰਬੇ ਦੇ ਵਿੱਚ, ਦਿੱਲੀ 'ਚ ਬੈੱਡ ਤੁਹਾਡੇ ਕੋਲ ਨਹੀਂ ਹੈਗੇ। ਪਰਸੋਂ ਦੀ ਵੀਡੀਓ ਆ ਰਹੀ ਸੀ, ਬੰਦਾ ਇੱਕ ਲੱਗੇ ਹੋਈ ਆਕਸੀਜਨ ਨਾਲ ਹੀ ਬੰਦੇ ਤੋਂ ਮਰ ਗਿਆ, ਬੰਦਾ 30 ਸਾਲ ਦਾ ਮੁੰਡਾ ਸੀ। ਲਾਸ਼ਾਂ ਨੂੰ ਦਫਨਾਉਣ ਨੂੰ ਥੋੜੀ ਵੀਡੀਓ ਵਾਇਰਲ ਹੋ ਰਹੀਆਂ ਕਿ ਟੋਇਆਂ ਸਿੱਟ ਰਹੇ ਹੋ ਲਾਸ਼ਾਂ। ਤੁਸੀਂ ਇਹਦੇ ਬਾਰੇ ਜਵਾਬ ਕੀ ਦਿੱਤਾ ਲੋਕਾਂ? ਤੁਸੀਂ ਗੱਲ ਚਾਈਨਾ ਦੀ ਕਰਨੀ ਸੀ, ਤੁਸੀਂ ਗੱਲ ਚਣਿਆਂ ਦੀ ਕਰਦੇ ਪਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਦੇਸ਼ ਭਰ ਦੇ ਵਿੱਚ ਇੱਕ ਚਰਚਾ ਛਿੜੀ ਹੋਈ ਹੈ ਕਿ ਭਾਰਤ ਨੇ 59 ਐਪਸ ਚਾਈਨਾ ਦੀਆਂ ਉਹਨਾਂ ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਇੱਕ ਟਿਕਟੌਕ ਵੀ ਹੈ। ਤੇ ਇਸ ਦੇ ਨਾਲ ਚਾਈਨਾ ਨੂੰ ਇੱਕ ਕਰੜਾ ਸੰਦੇਸ਼ ਦਿੱਤਾ ਹੈ ਕਿ ਚਾਈਨਾ ਨੂੰ ਇੱਕ ਇਕਨੋਮੀ ਤੇ ਵੱਡਾ ਅਸਰ ਪਵੇਗਾ, ਚਾਈਨਾ ਦਾ ਲੱਕ ਤੋੜ ਦਿੱਤਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਪਰ ਕੀ ਵਾਕਿਆ ਹੀ ਇਹ ਬਹੁਤ ਵੱਡਾ ਜਵਾਬ ਹੈ ਚਾਈਨਾ ਨੂੰ? ਜਿਸ ਢੰਗ ਦੇ ਨਾਲ ਗਲਵਾਨ ਵੈਲੀ ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚ ਤਣਾਅ ਹੋਇਆ, ਇਸ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਮੌਜੂਦ ਨੇ। ਰਾਜਦੀਪ ਜੀ, ਸਵਾਗਤ ਹੈ ਤੁਹਾਡਾ। ਵੱਡਾ ਸਵਾਲ ਇਹੀ ਹੈ ਕਿ ਦੇਸ਼ ਦੇ ਵਿੱਚ ਚਰਚਾ ਹੈ ਕਿ ਟਿਕਟੌਕ ਬੈਨ ਹੋਣ ਦੇ ਨਾਲ ਚਾਈਨਾ ਨੂੰ ਬਹੁਤ ਵੱਡਾ ਸੈਟਬੈਕ ਪਹੁੰਚਿਆ। ਇਹ ਵਿਸ਼ਾ ਦੇਖੋ ਮੀਡੀਆ ਨੇ ਬਣਾਇਆ ਹੋਇਆ ਹੈਗਾ ਜੀ, ਤੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ। ਮੈਂ ਰਾਤ ਟੀਵੀ ਦੇਖ ਰਿਹਾ ਸੀ ਕਿ ਮੈਂ 3-4 ਚੈਨਲ ਚੇਂਜ ਕੀਤੇ, ਉਹਨਾਂ 'ਚ ਇਹੀ ਦੱਸਾਇਆ ਜਾ ਰਿਹਾ ਸੀ ਟਿਕਟੌਕ ਬੰਦ ਹੋਣਾ ਚਾਈਨਾ ਦਾ ਦਮ ਘੁੱਟ ਗਿਆ ਜੀ, ਵੀ ਚਾਈਨਾ 'ਚ ਇਹ ਹੋ ਗਿਆ, ਚਾਈਨਾ ਦਾ ਇਹ ਹੋ ਗਿਆ। ਮੀਡੀਆ ਨੂੰ ਉਦੋਂ ਮੀਡੀਆ ਕਿੱਥੇ ਗਿਆ ਸੀ ਦੇਸ਼ ਦੇ ਮੀਡੀਆ ਨੇ ਕਦੇ ਇਹ ਦਿਖਾਇਆ ਕਿ ਦੇਸ਼ ਦੇ ਵਿੱਚ ਸਿਹਤ ਸੇਵਾਵਾਂ ਸਾਡੀ ਕਿਸ ਤਰ੍ਹਾਂ ਦੀਆਂ, ਸਿਹਤ ਪ੍ਰਬੰਧ ਸਾਡੇ ਕਿਸ ਤਰ੍ਹਾਂ ਨੇ, ਕਿਸ ਤਰ੍ਹਾਂ ਲੋਕਾਂ ਨੂੰ ਜਲਾਉਣ ਲਈ ਜਗ੍ਹਾ ਨਹੀਂ ਹੈਗੀ, ਹਸਪਤਾਲਾਂ 'ਚ ਆਕਸੀਜਨ ਨਹੀਂ ਤੇ ਲੋਕੀ ਬਿਨਾਂ ਆਕਸੀਜਨ ਤੋਂ ਮਰਦੇ ਪਏ ਨੇ, ਕਿ ਇਸ ਚੀਜ਼ ਦੀ ਚਰਚਾ ਹੋਈ ਹੈ। ਤੁਸੀਂ ਇਹ ਚੀਜ਼ ਦਿਖਾ ਰਹੇ ਹੋ ਕਿ ਚਾਈਨਾ ਟਿਕਟੌਕ ਕੀ ਹੈ, 1200 ਕਰੋੜ ਦਾ ਬਿਜ਼ਨਸ ਆ ਚਾਈਨਾ ਨੂੰ, ਮੈਂ ਫਾਇਦਾ ਵੱਡੀ ਰਕਮ ਹੈ ਜਾਂ ਨਹੀਂ? ਠੀਕ ਹੈ। ਹੁਣ ਤੁਸੀਂ ਕਹਿ ਰਹੇ ਹੋ ਸਾਡੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਕਿ ਨੈਸ਼ਨਲ ਸਿਕਿਉਰਿਟੀ ਅੱਜ ਤੋਂ ਪਹਿਲਾਂ 1 ਸਾਲ ਪਹਿਲਾਂ ਨਹੀਂ ਸੀ, 2 ਸਾਲ ਪਹਿਲਾਂ ਨਹੀਂ ਸੀ। ਉਹ ਕਹਿੰਦੇ ਡਾਟਾ ਸ਼ੇਅਰ ਕਰ। ਤੁਸੀਂ ਦੇਖੋ ਤੁਹਾਡਾ ਡਾਟਾ ਪਹਿਲਾਂ ਵੀ ਸ਼ੇਅਰ ਹੋਇਆ ਹੈ ਨਾ, ਉਹ ਚਲਿਆ ਗਿਆ ਉਹਨਾਂ ਕੋਲ, ਜੇ ਆਪਾਂ ਗੱਲ ਕਰਦੇ ਹਾਂ। ਡਾਟਾ ਕੋਈ ਲੈਣਾ ਬਹੁਤ ਔਖੀ ਗੱਲ ਥੋੜੀ ਚਾਈਨਾ ਵਾਸਤੇ, ਇੰਡੀਆ ਡਾਟਾ ਇਕੱਠਾ ਕਰਨਾ ਹੈਗਾ। ਵੀ ਤੁਸੀਂ ਗੱਲ ਕਰ ਰਹੇ ਹੋ ਸਾਰੇ ਚਾਈਨਾ ਚੈਨਲਸ ਦੇ ਦਿਖਾ ਰਹੇ ਸੀ, ਉਹ ਦਿਖਾ ਨਹੀਂ ਰਿਹਾ ਸੀ, ਉਹਨਾਂ ਨੂੰ ਕਿਹਾ ਗਿਆ ਸੀ ਕਿ ਦਿਖਾਓ, ਲੋਕਾਂ 'ਚ ਭਰੋ। ਕਿਉਂਕਿ ਅਸੀਂ ਇਸ ਮੁੱਦੇ ਉੱਪਰ ਠੀਕ ਹੈ, ਸਾਡੇ ਜਵਾਨ ਸ਼ਹੀਦ ਹੋਏ ਆ, ਸਾਰਾ ਕੁਝ ਠੀਕ ਹੈ। ਟਿਕਟੌਕ ਅਸੀਂ ਗੱਲ ਟਿਕਟੌਕ ਕਰੀਏ, ਗੱਲ ਤਾਂ ਇਹ ਵੀ ਤੁਸੀਂ ਵਪਾਰਕ ਸੰਬੰਧ ਉਹਨਾਂ ਨੂੰ ਕਿਸ ਤਰ੍ਹਾਂ ਰੱਖੇ ਹੋਏ ਨੇ, ਗੱਲ ਵਪਾਰਕ ਸੰਬੰਧਾਂ ਦੀ ਹੈਗੀ ਆ, ਜਿਸ ਨਾਲ ਚਾਈਨਾ ਨੂੰ ਫਰਕ ਪੈਣਾ। ਤੁਸੀਂ ਇਹ ਚੀਜ਼ ਦਿਖਾ ਰਹੇ ਵੀ ਟਿਕਟੌਕ ਨਾਲ ਚਾਈਨਾ ਭੁੱਖਾ ਮਰ ਜੂਗਾ। ਇਹੀ ਸਵਾਲ ਹੈ, ਬਹੁਤ ਬੜੀ, ਮੈਂ ਕਹਿੰਦਾ ਝੂਠੀ ਗੱਲ ਹੈ ਇਹ। 1200 ਕਰੋੜ ਚਾਈਨਾ ਨੂੰ ਕੀ ਫਰਕ ਆ? ਚਾਈਨਾ ਦੀ 12 ਟ੍ਰਿਲੀਅਨ ਦੀ ਇਕਨੋਮੀ ਹੈ ਜੀ, 21 ਟ੍ਰਿਲੀਅਨ ਦੀ ਇਕਨੋਮੀ ਹੈਗੀ ਹੈ ਅਮਰੀਕਾ ਦੀ, ਅਸੀਂ ਕਿੱਥੇ ਬੈਠੇ ਹਾਂ 2 ਟ੍ਰਿਲੀਅਨ। ਤੇ ਤੁਸੀਂ ਚਾਈਨਾ ਨੂੰ ਮਜ਼ਾਕ ਸਮਝਦੇ ਹੋ? ਤੁਸੀਂ 6 ਲੱਖ ਕਰੋੜ ਦਾ ਚਾਈਨਾ ਤੋਂ ਹਰ ਇੱਕ ਸਾਲ ਅਸੀਂ ਇੰਪੋਰਟ ਕਰਦੇ, 6 ਲੱਖ ਕਰੋੜ ਦਾ ਅਸੀਂ 1 ਸਾਲ ਦੇ ਵਿੱਚ, ਤੇ ਅਸੀਂ ਉੱਥੇ 1 ਲੱਖ ਕਰੋੜ ਦਾ ਇੰਪੋਰਟ ਕਰਦੇ ਹਾਂ। ਸਾਰੇ ਡਾਟੇ ਮੇਰੇ ਕੋਲ ਹੈਗੇ, ਮੈਂ ਤੁਹਾਨੂੰ ਦੱਸੂਗਾ ਸਾਰੇ ਵੀ ਇਹ ਚੀਜ਼ ਹੈ, ਸਹੀ ਦਿਖਾਓ ਜੋ ਚੀਜ਼ਾਂ ਤੁਸੀਂ ਕਿਸੇ। ਦੇਖੋ ਟੀਚੇ ਦੇ ਵਿੱਚ ਤੁਹਾਡਾ ਜਿਹੜਾ ਤੁਹਾਡਾ ਇਹ ਤੁਸੀਂ ਮਕਸਦ ਹੈਗਾ, ਇਹ ਸਾਰਾ ਤੁਸੀਂ ਜਦੋਂ ਐਕਸ਼ਨ ਲਿਆ ਹੈਗਾ, ਤੇ ਉਹਦੇ ਪਿੱਛੇ ਤੁਹਾਡਾ ਮਕਸਦ ਮਤਲਬ ਤੁਹਾਡਾ ਟੀਚਰ ਕੀ ਸੀਗਾ? ਕਿਹੜੀਆਂ ਚੀਜ਼ਾਂ ਮੁੱਖ ਤੌਰ ਤੇ ਇੰਪੋਰਟ ਹੁੰਦੀਆਂ ਨੇ ਚਾਈਨਾ ਤੋਂ? ਚਾਈਨਾ ਤੋਂ ਮੈਂ ਤੁਹਾਨੂੰ ਸਾਰਾ ਡਾਟਾ ਦੱਸਦਾ ਵੀ 1991 ਦੇ ਵਿੱਚ ਜੀ 0.01 ਬਿਲੀਅਨ ਦਾ ਅਸੀਂ ਇੱਥੋਂ ਇੰਪੋਰਟ ਕਰਦੇ ਸੀ, ਮਤਲਬ ਲਗਭਗ 1 ਕਰੋੜ ਬਣਦਾ ਜੇ ਸਿੱਧੀ ਭਾਸ਼ਾ 'ਚ 1991 ਦੀ। 2018 'ਚ ਆ ਕੇ 467.49 ਬਿਲੀਅਨ ਦਾ ਬਣ ਗਿਆ ਹੈ ਜੀ, ਕਿੰਨੀ ਜ਼ਿਆਦਾ ਗਰੋਥ ਹੋਈ ਹੈ। 2009 'ਚ 1.8% ਅਸੀਂ ਇੰਪੋਰਟ ਕਰਦੇ ਸੀ, 2010 ਦੇ ਵਿੱਚ 12.8 ਹੋ ਗਿਆ ਉਹ, 2014 'ਚ 14.6,
2015 16 17 ਚ ਇਹ ਵੱਧ ਕੇ 28.7% ਹੋ ਗਿਆ, ਡਬਲ ਹੋ ਗਿਆ। 2019 ਚ ਆ ਕੇ 34% ਹੋ ਗਿਆ। ਅਸੀਂ ਉੱਥੇ ਕੀ ਭੇਜਦੇ ਪਏ ਹਾਂ? ਸਾਡਾ ਸ਼ੇਅਰ ਸਿਰਫ ਉੱਥੇ ਭੇਜਣਾ 2.3% ਆ। ਅਸੀਂ 2.3% ਭੇਜਦੇ ਆ ਤੇ 34% ਅਸੀਂ ਤਾਂ ਮੰਗਾ ਰਹੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ, ਤੁਸੀਂ ਬੈਨ ਕਰਨਾ ਨਾ, ਤੁਹਾਡੇ ਦੇਸ਼ ਦੇ 70% ਮੋਬਾਈਲ ਚਾਈਨਾ ਦੇ ਯੂਜ਼ ਹੋ ਰਹੇ ਨੇ। $11 ਬਿਲੀਅਨ ਅਸੀਂ ਉਹਨੂੰ ਮੋਬਾਈਲਾਂ ਦੇ ਰਹੇ ਹਾਂ। $11 ਬਿਲੀਅਨ ਦੀ ਸੇਲ ਉਹਨਾਂ ਦੀ ਇੱਕ ਸਾਲ। ਅੱਛਾ, 34% ਤਾਂ ਹਰ ਤੀਜੀ ਚੀਜ਼ ਹੋਗੀ ਫਿਰ ਤਾਂ। ਹਰ ਤੀਜੀ ਦੀ ਚਾਈਨਾ ਦੀ ਅਸੀਂ ਯੂਜ਼ ਕਰ ਰਹੇ ਹਾਂ। ਤੁਸੀਂ ਬੰਦ ਕਰਨਾ, ਚਾਈਨਾ ਦੇ ਮੋਬਾਈਲ ਬੰਦ ਕਰੋ। ਤੁਸੀਂ ਜਿਹੜੀ ਗੱਲ ਕਰਨੇ ਵਾਲੀ ਜੇ ਚਾਈਨਾ ਦੇ ਮੋਬਾਈਲ ਕਿਉਂ ਬੰਦ ਕੀਤੇ ਜੀ? ਜਿਹੜੇ ਤੁਸੀਂ $11 ਬਿਲੀਅਨ ਸਾਲ ਦਾ ਉਹਨਾਂ ਨੂੰ ਦੇ ਰਹੇ ਹੈਗੇ ਹੋ, ਤਾਂ ਉਹਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਹੈਗੀ? ਅਸੀਂ ਟਿਕਟੌਕ ਨੂੰ ਬਹੁਤ ਵੱਡਾ ਇਸ਼ੂ ਬਣਾ ਕੇ ਦਿਖਾਇਆ ਜਾ ਰਿਹਾ। ਦਵਾਈਆਂ 'ਚ ਵੀ ਬਹੁਤ ਵੱਡਾ ਕੱਚਾ ਮਾਲ ਦਾ ਪ੍ਰਬੰਧ। ਮੈਂ ਤੁਹਾਨੂੰ ਅਮਰੀਕਾ ਦੇ ਉੱਥੋਂ ਸਭ ਤੋਂ ਵੱਡਾ ਜਿਹੜਾ $21 ਬਿਲੀਅਨ ਅਸੀਂ ਉੱਥੋਂ ਮੰਗਵਾਉਂਦੇ ਹੈਗੇ ਆ। ਸਾਡੇ ਮੋਬਾਈਲਸ ਆਉਂਦੇ ਨੇ। 70% ਮਾਰਕੀਟ ਸਾਡੀ ਮੋਬਾਈਲਾਂ ਦੀ ਹੈ। 68% ਅਸੀਂ ਉੱਥੋਂ ਕੈਮੀਕਲ ਮੰਗਵਾਉਂਦੇ ਆ, ਇਹਦਾ ਆਪਣੇ ਮੈਡੀਕਲ ਦਾ। ਜੀ ਜੀ ਜੀ। 50% ਸਾਡੇ ਆਉਂਦੇ ਨੇ ਸਾਈਕਲਸ ਚਾਈਨਾ ਦੇ ਉੱਪਰ। ਜਿੰਨਾ ਸਪੇਅਰ ਪਾਰਟਸ ਹੈਗਾ, ਜਿੰਨਾ ਏਸੀਜ਼ ਦੇ ਕੰਪਰੈਸ਼ਰ ਨੇ, ਉਹ ਹੈ ਉਸ 'ਚ 50% ਚਾਈਨਾ ਤੋਂ ਸਾਡੇ ਦੇਸ਼ ਦੇ ਵਿੱਚ ਆ ਰਿਹਾ ਹੈ। ਬਹੁਤ ਵੱਡੀ ਫੇਅਰ ਲਿਸਟ ਹੈ। ਤੇ ਜਿਹੜਾ ਚਾਈਨੀਜ਼ ਐਪਲ ਹੈ, ਉਹੀ ਅਸੀਂ ਬਾਹਰ 13% ਇੰਡੀਆ 'ਚ ਇੰਪੋਰਟ ਕਰ ਰਹੇ ਹਾਂ। ਕੀ ਸਹੀ ਐਪਲ ਅਮਰੀਕਾ ਤੋਂ ਨਹੀਂ ਮੰਗਾ ਸਕਦੇ? ਅਸੀਂ ਦੂਜੀ ਆਪਸ਼ਨ ਨਹੀਂ ਸੋਚਦੇ। ਅਸੀਂ ਕਿਉਂ ਉੱਥੇ ਮੰਗਾ ਰਹੇ ਹਾਂ? ਪਰ ਸੋਸ਼ਲ ਮੀਡੀਆ ਤੇ ਭਰਿਆ ਪਿਆ ਕਿ ਬੈਨ ਹੋ ਗਈ, ਟਿਕਟੌਕ ਬੈਨ ਹੋ ਗਈ, ਵੱਡਾ ਕਰੜਾ ਸੰਦੇਸ਼ ਦੇ ਜੋ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ, ਜੋ ਸਮਝਾਇਆ ਜਾ ਰਿਹਾ ਹੈ, ਇਹ ਤਾਂ ਉਹ ਹੈ। ਮੈਂ ਉਹ ਗੱਲ ਕਰਦਾ ਵੀ ਜੋ ਸੱਚਾਈ ਹੈਗੀ ਹੈ। ਕੋਈ ਮੈਂ ਕਿ ਦੇਸ਼ ਦਾ ਬੜਾ ਦੁੱਖੀ ਨਹੀਂ ਹੈਗਾ। ਮੈਂ ਕਹਿੰਦਾ ਜਿਹੜੇ ਤੁਸੀਂ ਨੀਤੀਆਂ ਬਣਾਉਣੀਆਂ ਨੇ, ਤੁਸੀਂ ਯੋਗ ਨੀਤੀਆਂ ਬਣਾਓ। ਪਹਿਲਾਂ ਤੁਸੀਂ ਉੱਥੋਂ ਲੁੱਟਦੇ ਕਦੋਂ ਨੇ? ਤੁਹਾਡੇ ਹੋਲੀ ਤੇ, ਤੁਹਾਨੂੰ ਰੱਖੜੀ ਤੇ, ਤੁਹਾਨੂੰ ਦੀਵਾਲੀ ਤੇ। ਜੋ ਤੁਹਾਡੇ ਤਿਉਹਾਰ ਨੇ, ਚਾਈਨਾ ਨੇ ਇੱਕ ਪਾਲਿਸੀ ਬਣਾਈ ਸੀ ਹਰੇਕ ਦੇਸ਼ ਦੀ, ਇਕੱਲੇ ਹਿੰਦੁਸਤਾਨ ਦੀ। ਸਭ ਤੋਂ ਪਹਿਲਾਂ ਉਹਨਾਂ ਨੇ ਜੋ ਐਂਟਰੀ ਕੀਤੀ ਨਾ ਦੇਸ਼ਾਂ 'ਚ ਐਕਸਪੋਰਟ ਦੀ, ਉਹਨਾਂ ਨੇ ਤਿਉਹਾਰਾਂ 'ਚ ਵੜੇ। ਉਹਨਾਂ ਨੂੰ ਪਤਾ ਵੀ ਤਿਉਹਾਰ ਵੇਲੇ ਹਰ ਬੰਦੇ ਦੀ ਪਰਚੇਜ਼ਿੰਗ ਪਾਵਰ ਹੁੰਦੀ ਹੈ। ਤੁਸੀਂ ਹੁਣ ਕਰਨਾ ਸਖਤ ਸਟੈਪ ਲੈਣਾ ਨਾ, ਹੋਲੀ ਤੇ ਕੋਈ ਪਿਚਕਾਰੀ ਨਾ ਮੰਗਾਓ, ਉੱਥੋਂ ਕੋਈ ਰੰਗ ਨਾ ਮੰਗਾਓ, ਰੱਖੜੀ ਤੇ ਕੁਛ ਨਾ ਮੰਗਾਓ, ਦੀਵਾਲੀ ਦੀਆਂ ਲਾਈਟਾਂ ਬੰਦ ਕਰ ਦਿਓ, ਇਹ ਵੀ ਸਮਾਨ। ਤੁਸੀਂ ਦੇਖੋ ਸਾਡੇ ਦੇਸ਼ ਕਿੱਡਾ ਜ਼ਿਆਦਾ ਰੋਜ਼ਗਾਰ ਆ ਜਾਏਗਾ। ਤੁਸੀਂ ਦੱਸ ਰਹੇ ਸੀਗੇ ਕਿ 50% ਕਿੰਨਾ ਰੋਜ਼ਗਾਰ ਆਏਗਾ ਜੀ। ਤੁਸੀਂ ਸੋਚੀਏ ਨਾ, ਸਸਤਾ ਮਿਲਦਾ ਪਿਆ। ਤੁਸੀਂ ਠੀਕ ਆ, ਸਾਡਾ ਦੇਸ਼ ਵਾਸੀ ਮਹਿੰਗਾ ਸਮਾਨ ਲੈ ਲੈਣਗੇ, ਡੀਜ਼ਲ ਪੈਟਰੋਲ ਮਹਿੰਗਾ ਲੈ ਰਹੇ ਨਾ। ਹੱਥ ਪਾਤੀ ਨਾ ਤੁਸੀਂ, ਇੱਦਾਂ ਹੀ ਹੱਥ ਪੈ ਜੂ ਉਹਨਾਂ ਨੂੰ ਜੀ। ਉਹਨਾਂ ਨੂੰ ਤਾਂ ਮਜਬੂਰੀ 'ਚ ਲੈਣੀ ਪੈਣੀ ਆ। ਮਜਬੂਰੀ ਦੀ ਡੀਜ਼ਲ ਪੈਟਰੋਲ ਲੈਣੇ, ਮਜਬੂਰੀ 'ਚ ਬਿਜਲੀ ਸਮਾਨ ਲੈ ਲੈਣਗੇ, ਰੰਗ ਲੈ ਲੈਣਗੇ। ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ? ਤੁਸੀਂ ਉਹਨੂੰ ਆਦਤ ਤਾਂ ਪਾਓ ਨਾ। ਕਿੰਨਾ ਰੋਜ਼ਗਾਰ ਆਏਗਾ ਜੇ ਹਿੰਦੁਸਤਾਨ 'ਚ ਸਮਾਨ ਬਣੇਗਾ। ਤੁਸੀਂ ਮਿੱਟੀ ਦੇ ਭਾਂਡੇ ਬਾਹਰ ਮੰਗਵਾਉਂਦੇ ਹੋ, ਸਾਡੇ ਲੋਕ ਇੱਥੇ ਮਿੱਟੀ ਦੇ ਭਾਂਡੇ ਨਹੀਂ ਬਣਾਉਂਦੇ ਹੈਗੇ। ਜਿੰਨਾ ਇੱਥੇ ਰੋਜ਼ਗਾਰ ਵਧੂਗਾ, ਜਿਹੜਾ ਉਹਨਾਂ ਰੋਜ਼ਗਾਰ ਵਧੂਗਾ, ਇੱਥੇ ਕਿੰਨੀ ਅਪਰਚੁਨਿਟੀ ਲੋਕਾਂ ਨੂੰ ਮੌਕੇ ਮਿਲ ਜਾਣੇ ਜੀ ਨੌਕਰੀ ਦੇ। ਜਿਹੜਾ ਰੋਜ਼ਗਾਰ ਖਤਮ ਹੋ ਰਿਹਾ ਡੇ ਬਾਈ ਡੇ, ਉਹ ਕਿੰਨਾ ਰੋਜ਼ਗਾਰ ਵੱਧ ਜਾਏਗਾ। ਤੁਹਾਨੂੰ ਸਖਤ ਫੈਸਲੇ ਤਾਂ ਇਹ ਲੈਣੇ ਚਾਹੀਦੇ, ਸਟੈਪ ਬਾਏ ਸਟੈਪ। ਇਹ ਜ਼ਰੂਰੀ ਚੀਜ਼ਾਂ ਹੌਲੀ ਹੌਲੀ ਘਟਾਉਣੀਆਂ ਚਾਹੀਦੀਆਂ। ਇੱਕਦਮ ਕੁਝ ਨਹੀਂ ਹੋ ਸਕਦਾ। ਸਾਡੀ ਸੰਧੀਆਂ ਹੋਈਆਂ ਜੀ ਜੀ ਜੀ। ਸਾਨੂੰ ਜਿਹੜੀ ਸਾਡੀ ਵਪਾਰ ਨੀਤੀ ਹੈ, ਸਾਡੀ ਵਿਦੇਸ਼ ਨੀਤੀ ਹੈ, ਇਹ ਦੋਨੋਂ ਅਲੱਗ-ਅਲੱਗ ਲੈ ਕੇ ਚੱਲੋ। ਜਿਹੜਾ ਬਾਈਕਾਟ ਚਾਈਨਾ ਦਾ ਬਹੁਤ ਵੱਡਾ ਨਾਰਾ ਦਿੱਤਾ ਜਾ ਰਿਹਾ ਹੈ, ਉਹ ਗਰਾਊਂਡ ਰਿਐਲਿਟੀ ਜਿਹੜੀ ਆ ਉਹ ਤੋਂ ਦੂਰ ਬਹੁਤ ਹੈ। ਕਿ ਚਾਈਨਾ ਬਾਈਕਾਟ ਕਰ ਲਓ, ਫਿਰ ਕਰਦੇ ਕਿਉਂ ਨਹੀਂ ਪਏ ਸਰਕਾਰ? ਟਿਕਟੌਕ ਦਾ ਚਾਈਨਾ ਤੁਸੀਂ ਬਾਈਕਾਟ ਕਰਦੇ ਪਏ, ਤੁਸੀਂ ਸਮਾਨ ਦਾ ਕਰੋ ਨਾ। ਜਿਹੜਾ ਤੁਹਾਨੂੰ ਲੁੱਟਿਆ ਜਾ ਰਿਹਾ, ਤੁਸੀਂ ਉਹਦਾ ਕਰੋ। ਉਹਦੇ ਨਾਲ ਦੋ ਫਾਇਦੇ ਹੋਣ। ਸਾਡਾ ਦੇਸ਼ ਦਾ ਪੈਸਾ ਨਹੀਂ ਬਾਹਰ ਜਾਊਗਾ। ਠੀਕ ਹੈ। ਤੁਸੀਂ ਮੋਬਾਈਲ ਸਾਡੇ ਕੋਲ ਦੇਖੋ, ਟੈਕਨੋਲੋਜੀ ਇਹਨਾਂ ਤੋਂ ਕੈਪ ਨਹੀਂ ਬਣੀ ਅੱਜ ਤੱਕ। ਤੁਸੀਂ ਕਹਿੰਦੇ ਤੁਹਾਡੇ ਦੇਸ਼ ਜਿੰਨੇ IIT, ਜਿੰਨੇ IIMs, ਜਿੰਨੇ PAU ਲੁਧਿਆਣੇ ਦੀ ਆਪਾਂ ਗੱਲ ਕਰਦੇ, ਇੰਨੇ ਐਗਰੀਕਲਚਰ ਡਾਕਟਰ ਬਣਦੇ ਨੇ। ਮੈਨੂੰ ਜਿਹੜੇ ਮੇਨ ਪਤਾ ਹੈਗੇ ਨੇ, ਸਾਰੇ ਇੱਥੋਂ ਮਾਈਗ੍ਰੇਟ ਹੋ ਜਾਂਦੇ ਡਿਗਰੀਆਂ ਕਰਕੇ। ਇੱਥੇ ਫ੍ਰੀ ਪੜ੍ਹਦੇ ਆ ਉਸੇ ਸਕੂਲਾਂ ਕਾਲਜਾਂ 'ਚ, ਦੇਸ਼ ਦੇ ਪੈਸੇ ਨਾਲ ਪੜ੍ਹਦੇ ਨੇ। ਉਦੋਂ ਬਾਅਦ ਅਮਰੀਕਾ ਕੈਨੇਡਾ ਜਾ ਕੇ ਜੋਬਾਂ ਲੈ ਲੈਂਦੇ ਨੇ। ਉਹਨਾਂ ਨੂੰ ਕਿਉਂ ਤੁਸੀਂ ਜਾਣ ਦਿੰਦੇ ਹੋ ਜੀ ਬਾਹਰ? ਉਹਨਾਂ ਨੂੰ ਜੇ ਤੁਸੀਂ ਸਾਡੇ IIT 'ਚ ਪੜ੍ਹਨਾ ਨਾ, IIT ਦਾ ਤੁਸੀਂ ਇੰਜੀਨੀਅਰ ਬਣਨਾ ਜਾਂ IIMs ਦਾ ਤੁਸੀਂ ਮੈਨੇਜਮੈਂਟ ਹੈਡ ਬਣਨਾ, ਤਾਂ 10 ਸਾਲ ਦੇਸ਼ ਦੀ ਸੇਵਾ ਕਰਨੀ ਪਊਗੀ। ਫਿਰ ਤੁਸੀਂ ਅਮਰੀਕਾ ਜਾਓ ਜਾਂ ਕੈਨੇਡਾ ਜਾਓ, ਜਿੱਥੇ ਤੁਹਾਡਾ ਦਿਲ ਕਰਦਾ ਜਾਓ। ਇੱਥੇ ਪੜ੍ਹ ਕੇ ਜਾ, ਤੁਸੀਂ ਉੱਥੇ ਰਹੇ। ਤੁਹਾਡੀ ਇੱਕ ਐਪ ਤਾਂ ਬਣੀ ਨਹੀਂ ਹਜੇ ਤੱਕ। ਤੁਸੀਂ ਆਪਣੀ ਪਹਿਲਾਂ ਅਸਲੀਅਤ ਦੇਖੋ, ਫਿਰ ਆਪਣੇ ਆਪ ਨੂੰ ਸੁਧਾਰਨ ਦਾ ਇੱਕ ਤੁਸੀਂ ਯੋਜਨਾ ਬਣਾਓ। ਫਿਰ ਅਸੀਂ ਉਸ ਰਸਤਾ ਚੁਣੋ ਤੇ ਉਹਦੇ ਉੱਪਰ ਕੰਮ ਕਰੋ। ਮਤਲਬ ਫਿਰ ਇਹ ਵਿਕਾਸ ਹੋਏਗਾ। ਇਹ ਗੱਲਾਂ ਦਾ ਵਿਕਾਸ ਨਹੀਂ ਹੋਣਾ ਹੈਗਾ। ਬੈਠ ਕੇ ਬੋਲਤਾ ਟੀਵੀ ਤੇ ਵੀ ਆਹ ਹੋ ਜੂ, ਉਹ ਹੋ ਜੂ, ਕੁਝ ਨਹੀਂ ਹੋਣਾ। ਰਾਜੇ ਵੀ ਜਿਹੜੇ ਅੱਜ ਲੋਕ ਕਹਿ ਰਹੇ ਨੇ ਕਿ ਸ਼ਹਾਦਤ ਦਾ ਬਦਲਾ ਲੈ ਲਿਆ ਟਿਕਟੌਕ ਬੈਨ ਕਰਕੇ, 59 ਐਪਸ ਬੈਨ ਕਰਕੇ, ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਜਿਹੜੀ ਚੀਜ਼ ਆ ਉਹਨਾਂ ਚੀਜ਼ਾਂ ਦੇ ਕੋਈ ਬਰਾਬਰ ਹੈ। ਕੋਈ ਚਾਈਨਾ ਨੂੰ ਕੋਈ ਬਹੁਤ ਵੱਡਾ ਜਵਾਬ ਮਿਲ ਗਿਆ ਹੋਵੇ ਇਸ ਗੱਲ ਦਾ। ਕੁਝ ਨਹੀਂ ਹੈਗਾ। 80% ਅਸੀਂ ਸੋਲਰ ਸਿਸਟਮ ਉੱਤੇ ਮੰਗਾ ਰਹੇ ਹਾਂ। ਤੁਸੀਂ ਦੇਖੋ ਜਿੰਨੀ ਮੈਂ ਹੁਣ ਰੋਜ਼ ਟੀਵੀ ਦੇਖਦਾ ਨਾ, ਉਹ ਇੱਕੋ ਚੀਜ਼ ਬੈਠੇ ਦਿਖਾਈ ਜਾਂਦੇ। PP ਕਿੱਟਾਂ ਅਸੀਂ ਪੈਦਾ ਕਰ ਲਈਆਂ ਜੀ। ਦੱਸੋ ਜੀ, ਐਡਾ ਕਿਹੜਾ ਮਾਰ ਲਿਆ ਤੁਸੀਂ? PP ਕਿੱਟਾਂ ਦਾ ਉੱਪਰਲਾ ਕੱਪੜਾ ਤੁਹਾਡਾ ਚਾਈਨਾ ਤੋਂ ਆਉਂਦਾ, ਜਿਹੜਾ ਮੋਮਜੰਮਾ ਹੈਗਾ। ਉਹਦੀ ਟੇਪ ਚਾਈਨਾ ਤੋਂ ਆਉਂਦੀ ਹੈ, ਧਾਗਾ ਚਾਈਨਾ ਤੋਂ ਆਉਂਦਾ ਹੈਗਾ। ਤੁਸੀਂ ਕੀ ਕਰ ਲਿਆ? ਤੁਸੀਂ ਬਣਾਏ ਇਹਦੇ ਇੱਥੇ ਬੈਠ ਕੇ। ਤੁਸੀਂ ਸਾਰਾ ਕੁਝ ਇੱਥੇ ਪੈਦਾ ਕਰੋ, ਫਿਰ ਮਜ਼ੇ ਦੀ ਗੱਲ ਹੈਗੀ ਹੈ। ਤੁਸੀਂ ਲੋਕਾਂ ਨੂੰ ਅਸਲ 'ਚ ਸਾਡਾ ਮੀਡੀਆ ਨਾ, ਕੀ ਸਾਡੇ ਦੇਸ਼ 'ਚ ਕੋਈ ਕੁਆਲਿਟੀ ਦੀ, ਕੋਈ ਮੈਨ ਪਾਵਰ ਦੀ, ਜਾਂ ਕੋਈ ਵਿਗਿਆਨੀਆਂ ਦੀ, ਜਾਂ ਕੋਈ ਵਿਲ ਪਾਵਰ ਦੀ, ਜਾਂ ਕੋਈ ਹਾਰਡ ਵਰਕ ਦੀ ਘਾਟ ਹੈ? ਸਾਡੇ ਇੱਥੇ ਆਰਥਿਕ ਸੁਧਾਰਾਂ ਦੀ ਬਹੁਤ ਲੋੜ ਹੈ।
ਸਾਡਾ ਇੱਥੇ ਅੱਛਾ ਵਪਾਰ ਕਰਨਾ, ਇੱਥੇ ਬੁਨਿਆਦੀ ਢਾਂਚਾ ਡਿਵੈਲਪ ਕਰਨਾ ਪਊਗਾ। ਸਾਨੂੰ SEZ ਬਣਾਉਣੇ ਪੈਣਗੇ ਚਾਈਨਾ ਵਾਂਗੂ। ਸਾਨੂੰ ਬਹੁਤ ਵਰਕਿੰਗ ਕਰਨ ਦੀ ਲੋੜ ਹੈ, ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈਗਾ। ਹਾਂ, ਸ਼ੁਰੂਆਤ ਹੋਵੇ। 6 ਸਾਲ ਨਿਕਲ ਕੇ ਮੋਦੀ ਸਾਹਿਬ ਜੇ ਪਹਿਲੇ ਦਿਨ ਤੋਂ ਸ਼ੁਰੂਆਤ ਕਰਦੇ, ਅੱਜ ਕੋਈ ਰਿਜ਼ਲਟ ਹੁੰਦੇ। ਤੁਹਾਡੇ ਕੋਲ ਮਾਈਕਰੋਮੈਕਸ ਮੋਬਾਈਲ ਬਣਾਉਣਾ ਜੀ, ਇਨਟੈਕ ਕੋਈ ਲੈਂਦਾ, ਇਨਟੈਕ ਦਾ ਮੋਬਾਈਲ ਜੀ ਕੋਈ ਲੇਬਰ ਵਾਲਾ ਬੰਦਾ ਨਹੀਂ ਲੈਂਦਾ ਹੈਗਾ। ਅੱਜ ਅਸੀਂ ਦੇਖ ਰਹੇ ਕਿ Oppo ਹੈ, Redmi ਹੈ, Vivo ਹੈ, ਸਾਰਾ ਕੁਝ ਚਾਈਨਾ ਦਾ, ਸਾਰਾ ਕੁਝ ਚਾਈਨਾ ਦਾ ਹੈਗਾ। ਅਸੀਂ ਪਹਿਲਾਂ ਆਰਥਿਕ ਤੌਰ ਤੇ ਉਹਨੂੰ ਤੋੜੀਏ। 1200 ਕਰੋੜ ਨਾਲ ਚਾਈਨਾ ਗਰੀਬ ਨਹੀਂ ਹੋਣ ਲੱਗਿਆ ਹੈਗਾ। ਤੁਹਾਨੂੰ ਤਾਂ ਧੱਕਾ ਲੱਗ ਸਕਦਾ, ਤੁਹਾਡੇ ਹਜ਼ਾਰਾਂ ਬੰਦੇ ਬੇਰੁਜ਼ਗਾਰ ਹੋ ਗਏ, ਟਿਕਟੌਕ ਬੰਦ ਹੋਣਾ, ਚਾਈਨਾ ਨੂੰ ਕੋਈ ਫਰਕ ਨਹੀਂ ਹੈਗਾ। ਰੋ ਰਹੇ ਨੇ ਜਿਹੜੇ ਟਿਕਟੌਕ ਕਹਿੰਦੇ ਸਟਾਰ। ਹਾਂ, ਮੈਂ ਤੁਹਾਨੂੰ ਉਹੀ ਦੱਸਦਾ ਪਿਆ ਨਾ, ਤੁਸੀਂ ਰੋਜ਼ਗਾਰ ਦੇ ਅਵਸਰ ਪੈਦਾ ਕਰੋ। ਤੁਹਾਡੀ ਯੋਜਨਾਬੰਦੀ, ਤੁਹਾਡੀ ਵਪਾਰ ਨੀਤੀ, ਇਹ 'ਚ ਤੁਹਾਨੂੰ ਬਹੁਤ ਬਦਲਾਅ ਕਰਨ ਦੀ ਲੋੜ ਹੈ। ਇਹ ਮਤਲਬ ਗੱਲਾਂ ਨਾਲ ਕੁਝ ਨਹੀਂ ਹੋਣਾ ਹੈਗਾ। ਟੀਵੀਆਂ ਤੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਪ੍ਰੈਸ਼ਰ ਨਾਲ ਖਬਰਾਂ ਚਲਾ ਕੇ ਵੀ ਆਹ ਦਿਖਾਈ ਜਾਣਾ। ਸਾਰੇ ਚੈਨਲਾਂ ਦੇ ਰਾਤੋਂ ਚੱਲਦਾ ਪਿਆ ਸੀ। ਮੈਂ ਹੱਸਦਾ ਪਿਆ ਸੀਗਾ। ਕਿਉਂ ਚੱਲ ਰਿਹਾ? ਅੱਗੇ ਬਿਹਾਰ ਦੇ ਇਲੈਕਸ਼ਨ ਆ ਰਹੇ ਨੇ। ਸੱਚਾਈ ਤਾਂ ਹੈ ਗੱਲ ਦੀ। ਅਸੀਂ ਸਿਹਤ ਸੰਬੰਧਾਂ ਦੀ ਗੱਲ ਕਰਦੇ ਹਾਂ, ਸਿਹਤ ਪ੍ਰਬੰਧਾਂ ਦੀ ਗੱਲ ਕਰਦੇ ਹਾਂ। ਕਿਤੇ ਇਹ ਪ੍ਰਧਾਨ ਮੰਤਰੀ ਸਾਹਿਬ ਨੇ ਸਰਕਾਰ ਤੋਂ ਪੁੱਛਿਆ ਵੀ ਤੁਹਾਡੇ ਸਿਹਤ ਪ੍ਰਬੰਧ ਤੁਸੀਂ ਕੀ ਕੀਤੇ? ਕਰੋਨਾ ਵਾਇਰਸ ਲਈ ਕਿੰਨੇ ਲੱਖਾਂ ਬੰਦਾ ਮਰਦਾ ਪਿਆ, ਸਿਲੰਡਰ ਤੁਹਾਡੇ ਕੋਲ ਨਹੀਂ, ਆਕਸੀਜਨ ਨਾਲ ਬੰਬੇ ਦੇ ਵਿੱਚ, ਦਿੱਲੀ 'ਚ ਬੈੱਡ ਤੁਹਾਡੇ ਕੋਲ ਨਹੀਂ ਹੈਗੇ। ਆ ਪਰਸੋਂ ਦੀ ਵੀਡੀਓ ਆ ਰਹੀ ਸੀ, ਬੰਦਾ ਇੱਕ ਲੱਗੇ ਹੋਈ ਆਕਸੀਜਨ ਨਾਲ ਹੀ ਬੰਦੇ ਤੋਂ ਮਰ ਗਿਆ, ਮੁੰਡਾ 32 ਸਾਲ ਦਾ ਮੁੰਡਾ ਸੀਗਾ। ਤੇ ਲਾਸ਼ਾਂ ਦਫਨਾਉਣ ਨੂੰ ਤੁਹਾਡੀ ਵੀਡੀਓ ਵਾਇਰਲ ਹੋ ਰਹੀਆਂ ਤੇ ਟੋਇਆਂ ਸਿੱਟ ਰਹੇ ਹੋ ਲਾਸ਼ਾਂ। ਤੁਸੀਂ ਇਹਦੇ ਬਾਰੇ ਜਵਾਬ ਕੀ ਦਿੱਤਾ ਲੋਕਾਂ ਨੂੰ? ਤੁਸੀਂ ਲੋਕਾਂ ਨੂੰ ਮੀਡੀਆ ਨੇ ਪੁੱਛਿਆ ਉਹਨਾਂ ਤੋਂ ਵੀ ਜਿਹੜੇ ਲੋਕੀ ਭੁੱਖੇ ਮਰੇ ਨੇ? ਬਹੁਤ ਵੱਡਾ ਰਾਜਨੀਤਿਕ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿ ਨਵੰਬਰ ਤੱਕ ਅਸੀਂ ਫ੍ਰੀ ਰਾਸ਼ਨ ਦੇਵਾਂਗੇ, ਹੁਣ ਮੁਫਤ ਰਾਸ਼ਨ ਦੇਵਾਂਗੇ। ਪ੍ਰੋਸਪੈਕਟਿਵ ਕੀ ਹੈ ਤੁਹਾਡਾ? ਮਤਲਬ ਉਹ 'ਚ ਇਰਾਦਾ ਕੀ ਹੈਗਾ? ਤੁਹਾਡਾ ਇਰਾਦਾ ਇਲੈਕਸ਼ਨ, ਤੁਸੀਂ ਦੇਸ਼ ਨੂੰ ਦੇ ਲੋਕਾਂ ਦੀ ਸੋਚ ਇੱਥੇ ਤੱਕ ਸੀਮਿਤ ਕਰਤੀ ਵੀ ਸਿਰਫ ਤੁਹਾਨੂੰ ਅਸੀਂ ਛੋਲੇ। ਤੁਸੀਂ ਗੱਲ ਚਾਈਨਾ ਦੀ ਕਰਨੀ ਸੀ, ਤੁਸੀਂ ਗੱਲ ਚਣਿਆਂ ਦੀ ਕਰਦੇ ਪਏ ਹੋ। ਗੱਲ ਤੁਹਾਨੂੰ ਅੱਜ ਬੈਠ ਕੇ ਗੱਲ ਚਾਈਨਾ ਦੀ ਕਰਨੀ ਚਾਹੀਦੀ ਸੀ। ਕੀ ਲੋਕੀ 80 ਕਰੋੜ ਬੰਦਾ ਦੇਸ਼ ਦਾ, ਦੇਖੋ ਜੀ 15,000 ਕਰੋੜ ਰੁਪਈਆ ਇੱਕ ਮਹੀਨੇ ਦਾ ਖਰਚਾ, 2,25,000 ਕਰੋੜ ਰੁਪਏ ਸਾਰੇ ਦੇਸ਼ ਨੂੰ ਇੱਕ ਸਾਲ ਰੋਟੀ ਖਿਲਾਉਣ ਨੂੰ 80 ਕਰੋੜ ਬੰਦੇ ਨੂੰ ਚਾਹੀਦਾ। ਸਾਡੇ ਬਜਟ ਦੇ ਵਿੱਚ ਜਿਹੜਾ ਅਸੀਂ ਹੁਣ ਕੱਢ ਰਹੇ ਹਾਂ 2,25,000 ਕਰੋੜ ਦਾ, ਸਾਡਾ 9 ਲੱਖ ਕਰੋੜ NPA ਪਿਆ। 6,12,000 ਕਰੋੜ ਅਸੀਂ ਪਿਛਲੇ 4 ਸਾਲ ਦਾ ਕੰਪਨੀਜ਼ ਨੂੰ ਵੇਵ ਕਰਤਾ, ਵੇਵਰ ਦਿੱਤੀ। ਹਾਂ, ਤੁਸੀਂ ਉਹ 6 ਲੱਖ ਕਰੋੜ ਦੇ ਨਾਲ 15 ਲੱਖ ਕਰੋੜ ਦਾ ਤੁਹਾਡਾ NPA ਪੈਸਾ ਹੋਇਆ। 6 ਲੱਖ ਕਰੋੜ ਦੀ ਇੰਡਸਟਰੀ ਨੂੰ ਕਹਿਤਾ ਤੁਹਾਡਾ ਦੇਸ਼ 3 ਸਾਲ ਰੋਟੀ ਖਾ ਸਕਦਾ ਸੀ 80 ਕਰੋੜ ਬੰਦਾ। ਤੁਸੀਂ ਜਿਹੜੀ ਮਾਨਸਿਕਤਾ ਨਾ ਇੱਕ ਛੋਲਿਆਂ ਤੇ ਆਟੇ ਦੀ ਥੈਲੀ ਤੱਕ ਸੀਮਿਤ ਕਰਤੀ ਹੈਗੀ ਆ। ਤੁਸੀਂ ਇਹ ਦਿਖਾ ਰਹੇ ਹੋ ਵੀ ਦੇਖੋ ਤੁਹਾਡਾ ਅਸੀਂ ਰਖਵਾਲੇ ਹੈਗੇ ਆ। ਤੁਸੀਂ ਉਹ ਚੀਜ਼ਾਂ ਭੁੱਲ ਗਏ ਵੀ ਮਜ਼ਦੂਰ ਕਿੱਦਾਂ ਮਰੇ ਨੇ, ਕਿੱਦਾਂ ਇਹਨਾਂ ਨੇ ਇੱਕ ਸੂਬੇ ਦੂਜੇ ਸੂਬੇ 'ਚ ਪ੍ਰਵਾਸ ਕੀਤਾ, ਕਿੱਦਾਂ ਉਹਨਾਂ ਨੇ ਔਕੜਾਂ ਸਹੀਆਂ ਨੋਟਬੰਦੀ ਦੀਆਂ ਜਾਂ ਤੁਸੀਂ ਲੋਕਡਾਊਨ ਕੀਤਾ, ਕਿੱਦਾਂ ਔਕੜਾਂ ਸਹੀਆਂ। ਤੁਸੀਂ ਸਾਰੀ ਚੀਜ਼ਾਂ ਨੂੰ ਬਸ ਛੋਲਿਆਂ ਨਾਲ ਕੰਪੇਅਰ ਕਰਦੇ ਪਏ ਹੋ। ਤੁਸੀਂ ਇਮਾਨਦਾਰੀ ਸੋਚ ਨਾਲ, ਇਮਾਨਦਾਰ ਆਪਣੇ ਯੋਜਨਾ ਦੇ ਨਾਲ ਤੁਸੀਂ ਲੋਕਾਂ ਦੇ ਭਲੇ ਵਾਲੀ ਗੱਲ ਸੋਚੋ। ਗੁੰਮਰਾਹ ਨਾ ਕਰੋ। ਵੋਟਾਂ ਤਾਂ ਪੈਂਦੀ ਰਹਿਣੀਆਂ ਨੇ। ਇਹ ਰਾਜੇ ਬਣਦੇ ਨੇ, ਸਿਕੰਦਰ ਹੀ ਬਣਿਆ ਸੀਗਾ ਤੇ ਉਹਨੂੰ ਇੱਕ ਦਿਨ ਜਾਣਾ ਪਿਆ, ਸਭ ਨੇ ਚਲੇ ਜਾਣਾ ਇੱਥੋਂ। ਤੁਸੀਂ ਲੋਕਾਂ ਦੀ ਭਲਾਈ ਲਈ ਕੀਤਾ, ਉਹਨੂੰ ਲੋਕ ਯਾਦ ਰੱਖਦੇ ਨੇ। ਪਰ ਇਹ ਕੋਈ ਯੋਜਨਾਬੰਦੀ ਨਹੀਂ ਹੈਗੀ ਕਿ ਜੇ ਅਸੀਂ ਦੇਸ਼ ਦੇ ਵਿੱਚ ਆਤਮ ਨਿਰਭਰਤਾ ਦੀ ਗੱਲ ਕਰਦੇ ਹਾਂ ਤਾਂ ਆਤਮ ਨਿਰਭਰ ਹੋਣ ਵੱਲ ਕੋਈ ਕਦਮ ਵੀ ਪੁੱਟਣੇ ਪੈਣਗੇ। ਹੁਣ ਅਸੀਂ ਕਦ ਤੱਕ ਚਾਈਨਾ ਤੇ ਡਿਪੈਂਡ ਹੁੰਦੇ ਰਵਾਂਗੇ ਇੱਕ ਤਰ੍ਹਾਂ ਦੇ ਨਾਲ? ਆਤਮ ਨਿਰਭਰ ਤੁਸੀਂ ਹੈਗੇ ਹੋ। ਤੁਸੀਂ ਬੱਚਿਆਂ ਦੀ ਫੀਸਾਂ ਆਪ ਭਰਨੀਆਂ ਨੇ, ਮੈਡੀਕਲ ਦੇ ਖਰਚੇ ਤੁਸੀਂ ਆਪ ਚੱਕਣੇ ਹੋ, ਮਹਿੰਗਾਈ ਦੀ ਮਾਰ ਤੁਸੀਂ ਜਰਨੀ ਹੈ, ਡੀਜ਼ਲ ਪੈਟਰੋਲ ਦੀ। ਹਾਂ, ਇਹ ਆਤਮ ਨਿਰਭਰ ਤਾਂ ਆਲਰੇਡੀ ਤੁਸੀਂ ਹੈਗੇ ਹੋ। ਨਹੀਂ, ਆਤਮ ਨਿਰਭਰ ਕਿਵੇਂ ਹੁੰਦਾ ਜੀ? ਆਤਮ ਨਿਰਭਰ ਤੁਸੀਂ ਆਪਣੇ ਖਰਚੇ ਆਪਣੇ ਸਹਿ ਰਹੇ ਹੋ ਸਾਰਾ ਕੁਝ। ਡੀਜ਼ਲ ਪੈਟਰੋਲ ਸਰਕਾਰ ਕੋਲ ਦੂਜੀ ਆਪਸ਼ਨ ਨਹੀਂ ਹੈਗੀ। ਡੀਜ਼ਲ ਪੈਟਰੋਲ ਕਿਉਂ ਮਹਿੰਗਾ ਰਹੀ? ਸਰਕਾਰ ਕੋਲ ਆਪਸ਼ਨ ਨਹੀਂ ਇਨਕਮ ਦੀ। ਤੁਸੀਂ ਦੂਜੇ ਸਾਧਨ ਪੈਦਾ ਕੀਤੇ ਇਨਕਮ ਦੇ। ਡੀਜ਼ਲ ਪੈਟਰੋਲ ਤੇ ਇਨਕਮ ਟੈਕਸ ਉੱਪਰ ਤੁਸੀਂ ਬੈਠੇ ਹੋ, ਡਾਇਰੈਕਟ ਇਨਡਾਇਰੈਕਟ ਟੈਕਸਿਸ ਉੱਪਰ ਬੈਠੇ ਹੋ, ਤੇ ਡੀਜ਼ਲ ਪੈਟਰੋਲ ਦੀ ਤੁਸੀਂ ਐਕਸਾਈਜ਼ ਡਿਊਟੀ ਤੇ ਸਰਕਾਰ ਬੈਠੀ ਹੈ ਤੇ ਅੱਜ ਦੀ ਬੈਠੀ ਹੈ। ਦੇਸ਼ ਆਜ਼ਾਦ ਹੋਣੇ ਇੰਨੇ ਸਾਲ ਹੋ ਗਏ ਜੀ, ਤੇ ਤੁਸੀਂ ਕਿਉਂ ਸਾਧਨ ਨਹੀਂ ਚਾਹੀਦਾ? ਮਗਰ ਦੂਜੇ ਪੈਦਾ ਕੀਤੇ। ਕਾਰਨ ਕੀ ਹੈ? ਕਿਉਂ ਨਹੀਂ ਨੀਤੀਆਂ ਵਧੀਆ ਬਣੀਆਂ ਹੈਗੀਆਂ? ਦੇਖੋ, ਸਾਡੇ ਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਹੈ ਨਾ ਬਹੁਤ ਦਬਾਅ ਆ। ਅਸੀਂ ਸੁਧਾਰਾਂ ਦੀ ਗੱਲ ਕਰਦੇ ਹਾਂ ਸਿਰਫ ਵੋਟਾਂ ਲੈਣ ਲਈ, ਤੇ ਸਾਡੀ ਦੇਸ਼ ਦੀ ਜਨਤਾ ਅਨਪੜ੍ਹ ਹੈ। ਤੇ ਉਹ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਜਾਂ ਸਟੇਟਾਂ 'ਚ ਇੱਥੇ ਛੋਲੇ ਦੇ ਦਿਓ, ਕਦੇ ਉਹਨਾਂ ਦੇ ਸ਼ੌਚਾਲੇ ਬਣਾ ਦਿਓ। ਠੀਕ ਹੈ, ਜਿਹੜੇ ਬੰਦੇ ਨੂੰ 72 ਸਾਲ ਸ਼ੌਚਾਲੇ ਦਾ ਨਹੀਂ ਪਤਾ ਲੱਗਿਆ, ਉਹ ਦੇਸ਼ ਨੇ ਵਿਕਾਸ ਕੀ ਕਰਨਾ ਜੀ? ਦੇਸ਼ ਦਾ ਵਿਕਾਸ ਹੋਣਾ ਚੇਤਨਾ ਨਾਲ, ਗਿਆਨ ਨਾਲ। ਉਹ ਤਾਂ ਦਿੱਤਾ ਨਹੀਂ ਜਾ ਰਿਹਾ ਹੈਗਾ। ਉਹ ਕਿੱਥੇ ਦਿੱਤਾ ਜਾ ਰਿਹਾ ਹੈਗਾ? 12 ਕਰੋੜ ਬੱਚਾ ਮਿਡ ਡੇ ਮੀਲ 'ਚ ਰੋਟੀ ਖਾਂਦਾ, 6 ਕਰੋੜ ਬੱਚਾ ਪਲੱਸ 2 ਤੋਂ ਬਾਅਦ ਛੱਡ ਜਾਂਦਾ ਪੜ੍ਹਾਈ ਹਰੇਕ ਸਾਲ। 8ਵੀਂ ਦੀ ਗੱਲ ਕਰਦਾ ਮੈਂ ਤੁਹਾਨੂੰ। 12 ਕਰੋੜ 'ਚ 45% ਬੱਚਾ ਛੱਡ ਜਾਂਦਾ ਹਰੇਕ ਸਾਲ, ਕਿਉਂਕਿ ਜਦੋਂ ਮਿਡ ਡੇ ਮੀਲ ਬੰਦ ਹੋ ਗਿਆ ਤਾਂ ਉਹ ਵੀ ਬੰਦ ਹੋ ਗਿਆ। ਛੱਡ ਜਾਂਦਾ। ਉਹਦਾ ਮੋਟਿਵ ਵੀ, ਉਹਦਾ ਮੰਤਵ ਵੀ ਉੱਥੇ ਬੈਠ ਕੇ ਖਾਣਾ ਪੜ੍ਹਨਾ ਥੋੜ੍ਹੀ ਹੈ। ਤੁਸੀਂ ਲੋਕਾਂ ਨੂੰ ਚੇਤਨ ਕਰੋ, ਉਹਨਾਂ ਨੂੰ ਗਿਆਨ ਦਿਓ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬਹੁਤ ਵਾਹ ਕਰ ਰਹੇ ਨੇ ਕਿ ਟਿਕਟੌਕ ਬੈਨ ਕਰਤਾ, ਚਾਈਨਾ ਨੂੰ ਬਹੁਤ ਵੱਡਾ ਜਵਾਬ ਦਿੱਤਾ? ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਗੱਲ, ਜੇ ਕੋਈ ਇਹ ਲਿਖਦਾ ਏ ਤਾਂ ਜਿਹੜੇ ਪ੍ਰੋ ਮੋਦੀ ਕਹਿ ਲਈਏ ਜਾਂ ਦੇਸ਼ ਦੀ ਸਰਕਾਰ ਦਾ ਵਾਅਵਾ ਕਰਦੇ ਨੇ ਕਿ ਬਹੁਤ ਵੱਡਾ ਤੁਸੀਂ ਪ੍ਰੋ ਮੋਦੀ ਨਹੀਂ ਚਾਹੀਦੇ, ਪ੍ਰੋ ਕੰਟਰੀ ਚਾਹੀਦੇ ਹੋ। ਪ੍ਰੋ ਲੋਕਾਂ ਦੇ, ਆਪਣੀ ਜਨਤਾ ਦੇ ਪ੍ਰੋ ਚਾਹੀਦੇ ਹੋ। ਤੁਸੀਂ ਤੁਹਾਡਾ ਮੰਤਵ ਕੀ ਹੋਣਾ ਚਾਹੀਦਾ ਹੈ? ਤੁਸੀਂ ਆਪਣੇ ਦੇਸ਼ ਨੂੰ ਸਮਰਪਿਤ ਚਾਹੀਦੇ ਹੋ। ਤੁਸੀਂ ਆਪਣੀ ਰਾਜਨੀਤੀ ਲਈ ਦੇਸ਼ ਨੂੰ ਨਾ ਵਰਤੋ।
ਤੁਸੀਂ ਆਪਣੀ ਰਾਜਨੀਤੀ ਦੇਸ਼ ਨੂੰ ਵਰਤਦੇ ਪਏ ਹੋ। ਤੁਸੀਂ ਸਹੀ ਸਾਧਨ ਪੈਦਾ ਕਰੋ, ਸਹੀ ਗੱਲ ਕਰੋ। ਜਦੋਂ ਵੀ ਦੇਖੋ, ਇੱਕ ਤੁਸੀਂ ਅੱਜ ਤੱਕ ਮੈਂ ਕੀ ਗੱਲ ਦੱਸਦਾ, ਤੁਹਾਡੇ ਦੇਸ਼ ਦੀ ਜਿਹੜੀ ਇਨਕਮ ਆ, ਮੈਂ ਪੰਜਾਬ ਸੂਬੇ ਦੀ ਇਨਕਮ ਦੀ ਗੱਲ ਕਰਦਾ, 88,000 ਕਰੋੜ ਦੀ ਇਨਕਮ ਆ ਜੀ। 88,000 ਕਰੋੜ 'ਚੋਂ ਅਸੀਂ ਉਹ ਵੀ ਦੇਣਾ, ਵਿਆਜ ਵੀ ਦੇਣਾ, ਹਰ ਮਹੀਨੇ ਦੇਣਾ ਜੀ। ਅਤੇ ਅਸੀਂ ਜਦੋਂ ਸਾਡੀ ਇਨਕਮ 1,40,000 ਕਰੋੜ ਹੋਊ ਨਾ, ਤਾਂ ਸੂਬਾ ਵਧੀਆ ਖੁਸ਼ਹਾਲ ਹੋ ਸਕਦਾ। ਅਤੇ ਇਸ ਲਈ ਤੁਸੀਂ ਜਨਤਾ ਸਰਕਾਰ ਨੇ ਪੁੱਛੇ ਵੀ ਮੇਰੀ 88,000 ਕਰੋੜ ਦੀ ਸਰਕਾਰ ਇਹ ਦੇਵੇ ਮੰਤਵ, ਜੋ ਮੋਟਿਵ ਉਹਨੂੰ ਦੇਣਾ ਸਰਕਾਰ ਨੇ ਆਪਣਾ ਮੈਨੀਫੈਸਟੋ ਦੇਣਾ ਵੀ 88,000 ਕਰੋੜ ਦੀ ਇਨਕਮ ਤੁਹਾਡੀ 140,000 ਕਰੋੜ ਦੀ ਅਸੀਂ ਕਰਾਂਗੇ, ਫਿਰ ਤੁਹਾਡਾ ਵਿਕਾਸ ਹੋਊਗਾ। ਫਿਰ ਇਹ ਜਿਹੜੀਆਂ ਅਸੀਂ ਬੈਠ ਕੇ ਸਰਕਾਰਾਂ ਨੂੰ ਕੋਸਦੇ ਹਾਂ, ਇਹ ਫਿਰ ਤਾਂ ਹੀ ਬੰਦ ਹੋਣਾ। ਨਹੀਂ ਤਾਂ ਤੁਸੀਂ ਦੇਖ ਲਓ, ਇਹੀ ਸਾਈਕਲ ਚੱਲਦਾ ਆ ਰਿਹਾ। ਇਹੀ ਬੀਜੇਪੀ ਸੀ ਜਿਹੜੀ ਸਿਲੰਡਰਾਂ ਦੀ ਗੱਲ ਕਰਦੀ ਹੁੰਦੀ ਸੀ, ਤੇਲ ਦੀ ਗੱਲ ਕਰਦੀ ਹੁੰਦੀ ਸੀ, ਦਾਲਾਂ ਦੀ ਗੱਲ ਕਰਦੀ ਹੁੰਦੀ ਸੀ। ਅੱਜ ਉਹੀ ਕਾਂਗਰਸ ਹੈ ਜਿਹੜੀ ਇਹਨਾਂ ਨੂੰ ਕੋਸਦੀ ਪਈ ਹੈ। ਇਹ ਆਪਸ ਚ ਕੋਸੀ ਜਾਂਦੇ, ਲਿਮਟਿਡ ਜਿਹੇ ਬੰਦੇ, 500-600 ਬੰਦਾ, ਠੀਕ ਹੈ। ਸਿਰਫ ਉਹ ਪਾੜਾ ਹੀ ਬਦਲਦਾ, ਜਿਹੜਾ ਪਾੜਾ ਹੈ ਇੱਧਰ ਲੋਕ ਬੈਠ ਕੇ ਸੀਰੀਅਲ ਤਰ੍ਹਾਂ ਦੇਖੀ ਜਾਂਦੇ, 5 ਸਾਲ ਉਹਨੂੰ ਦੇਖੀ ਜਾਂਦੇ ਨੇ, ਫਿਰ ਉਹਨੂੰ ਗੁੱਸੇ ਬਦਲ ਦਿੰਦੇ ਨੇ, ਫਿਰ 5 ਸਾਲ ਉਹਨੂੰ ਬੈਠੇ ਦੇਖੀ ਜਾਂਦੇ, ਉਹਨੂੰ ਬਦਲ ਦਿੰਦੇ ਨੇ, ਤੇ ਲੋਕਾਂ ਦਾ ਵਿਕਾਸ ਕਿੱਥੇ ਹੋਇਆ? ਤੁਸੀਂ ਬਹੁਤ ਵਾਰ ਕਹਿੰਦੇ ਹੋ ਕਿ ਸਰਕਾਰਾਂ ਇੱਥੇ ਬਦਲੀਆਂ ਜਾਂਦੀਆਂ ਨੇ, ਚੁਣੀਆਂ ਨਹੀਂ ਜਾਂਦੀਆਂ ਹੈਗੀਆਂ। ਮੈਨੂੰ ਤਾਂ ਲੱਗਦਾ ਨਹੀਂ ਚੁਣੀ ਜਾਂਦੀਆਂ। ਤੁਸੀਂ ਗੁਜਰਾਤ ਮਾਡਲ ਦੀ ਗੱਲ ਕੀਤੀ ਸੀ, ਕਿੱਥੇ ਗੁਜਰਾਤ ਮਾਡਲ ਜੀ? ਤੁਸੀਂ ਲੋਕਾਂ ਨੂੰ ਮਤਲਬ ਹਮੇਸ਼ਾ ਮਿਸਗਾਈਡ ਹੀ ਕੀਤਾ। ਸਕੀਮਾਂ ਤਾਂ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੁੰਦੀਆਂ, ਪਰ ਕੋਈ ਸਿਰੇ ਨਹੀਂ ਲੱਗਦੀ। ਇੱਕ ਤੁਹਾਡੇ ਤੋਂ ਸਮਾਰਟ ਸਿਟੀ ਨਹੀਂ ਬਣ ਪਾਇਆ ਜੀ। ਤੁਸੀਂ ਸਮਾਰਟ ਸਿਟੀ ਬਣਾਉਣੇ ਸੀਗੇ, ਤੁਹਾਨੂੰ ਇੱਕ ਨਹੀਂ ਬਣ ਪਾਇਆ। ਜਿਹੜੇ ਗੋਦਲੇ ਪਿੰਡ ਸੀਗੇ, ਅੱਜ ਕੋਈ ਗੱਲ ਨਹੀਂ ਕਰਦਾ, ਕੋਈ ਪਿੰਡ ਨਹੀਂ ਬਣ ਪਾਇਆ। ਤੁਸੀਂ ਏਮਸ ਦੀ 22 ਏਮਸ ਦੀ ਗੱਲ ਕੀਤੀ ਸੀਗੀ, 22 ਏਮਸ ਦੇ ਕੰਮ ਤੁਹਾਡੇ ਤੋਂ ਇੱਕ ਏਮਸ ਚਾਲੂ ਨਹੀਂ ਹੋਇਆ 6 ਸਾਲ 'ਚ, ਨਾਟ ਅ ਸਿੰਗਲ। ਗੰਗਾ ਦੀ ਸਫਾਈ ਦੀ ਗੱਲ ਕੀਤੀ, ਉਹ ਨਹੀਂ ਪੂਰੀ। ਗੰਗਾ ਦੀ ਸਫਾਈ ਦੀ ਗੱਲ ਤੁਸੀਂ 22,000 ਕਰੋੜ ਪੱਟਤਾ। ਇੱਕ ਤਰੀਕਾ ਥੋੜੀ ਹੈ ਕੋਈ ਇਹ। ਤੁਸੀਂ ਉਹ ਗੰਗਾ 'ਚ ਕਿਉਂ ਸੀ? ਲੋਕਾਂ ਦੀ ਧਾਰਮਿਕ ਆਸਥਾ ਜੁੜੀ ਹੋਈ ਹੈ। ਅਸੀਂ ਉਹ ਚੀਜ਼ ਪ੍ਰੋਸਪੈਕਟਸ ਦੇਖਦੇ ਹਾਂ ਜਿੱਥੇ ਸਾਨੂੰ ਕੁਝ ਮਿਲ ਸਕਦਾ ਉਹਦੇ ਵੱਟੇ। ਜਦੋਂ ਸਾਡੀ ਭਾਵਨਾ ਇਹ ਹੋਊਗੀ ਸਾਨੂੰ ਕੁਝ ਮਿਲੇ ਨਾ ਉਹਦੇ ਵੱਟੇ, ਤੇ ਅਸੀਂ ਸੇਵਾ ਕਰਨੀ ਹੈ, ਫਿਰ ਸਮਝਾਂਗੇ ਇਹ ਇਰਾਦਾ ਸਹੀ ਹੈ, ਇਹ ਸੋਚ ਸਹੀ ਹੈਗੀ, ਫਿਰ ਵਿਕਾਸ ਹੋ ਸਕਦਾ ਹੈਗਾ, ਫਿਰ ਲੋਕਾਂ ਦਾ ਭਲਾ ਹੋ ਸਕਦਾ। ਜੇ ਤੁਹਾਨੂੰ ਕਹੋਗੇ ਮੈਂ ਤੁਹਾਨੂੰ ਕਰੋੜ ਰੁਪਏ ਦੇਵਾਂ, ਤੁਹਾਨੂੰ ਲੱਗਦਾ ਕਿ ਹਾਲੇ ਵੀ ਜਿਹੜੇ ਫੈਸਲੇ ਲਏ ਜਾ ਰਹੇ ਨੇ ਇਹ ਬਿਹਾਰ ਇਲੈਕਸ਼ਨ ਨੂੰ ਜਾਂ ਜਨਤਾ ਨੂੰ ਭਰਮਾਉਣ ਵਾਲੇ ਨੇ? ਮੇਨ ਤਾਂ ਅਸਲ ਦੇ ਵਿੱਚ ਕੋਈ ਵੱਡਾ ਫੈਸਲਾ ਜੋ ਉਹਨਾਂ ਨਾਲ ਹੋਇਆ ਪਿਛਲੇ 4-6 ਮਹੀਨੇ 'ਚ, ਉਹ ਭੁਲਾਉਣ ਲਈ ਤੇ ਬਿਹਾਰ ਇਲੈਕਸ਼ਨ ਨੂੰ ਜਿੱਤਣ ਲਈ, ਬਸ ਆ ਇੱਕ ਯੋਜਨਾ ਬੰਦੀ ਸਰਕਾਰ ਨੇ ਸੱਤਾ ਹਾਸਲ ਕਰਨੀ ਹੈ। ਕਿੰਨਾ ਬੰਦਾ ਮਰਦਾ ਪਿਆ, ਇਹ ਆਪ ਤਾਂ ਸੇਫ ਨੇ ਸਾਰੇ। 28 ਫਰਵਰੀ ਤੋਂ ਬਾਅਦ ਤਾਂ ਮੋਦੀ ਸਾਹਿਬ ਬਾਹਰ ਹੀ ਨਿਕਲੇ ਘਰ ਤੋਂ। ਟਰੰਪ ਨੂੰ ਘੁਮਾਉਣ ਆਏ ਸੀ 1-2 ਦਿਨ ਵਾਸਤੇ, ਉਹਨੂੰ ਘੁਮਾ ਕੇ ਮੁੜ ਕੇ ਘਰੇ ਵੜ ਕੇ ਬਹਿ ਗਏ। ਇਹਨਾਂ ਨੂੰ ਟੁਰਨਾ ਕਿੱਥੇ ਹੋਣਾ ਜੀ ਭਾਈ? ਇੱਥੇ 10 ਸਕੈਨਿੰਗ ਹੋ ਕੇ ਬੰਦੇ ਮਿਲਣ ਜਾਂਦੇ ਨੇ, ਮਿਲਦੇ ਨਹੀਂ ਪਏ ਕਿਸੇ ਨੂੰ। ਉਹ ਤਾਂ ਸਪੀਚ ਹੀ ਮਾਸਕ ਲਾ ਕੇ ਦਿੰਦੇ ਨੇ, ਜਦੋਂ ਤਾਂ ਕਮਰੇ 'ਚ ਕੋਈ ਨਹੀਂ ਹੁੰਦਾ ਹੈਗਾ। ਇਹਨਾਂ ਨੂੰ ਕਰੋਨਾ ਤਾਂ ਆਮ ਜਨਤਾ ਨੂੰ, ਗਰੀਬ ਲੋਕਾਂ ਨੂੰ ਹੋਣਾ ਹੈਗਾ, ਜਿਨ੍ਹਾਂ ਕੋਲ ਸਾਧਨ ਨਹੀਂ ਹੈਗੇ, ਜਿਨ੍ਹਾਂ ਕੋਲ ਇਲਾਜ ਦੇ ਪੈਸੇ ਨਹੀਂ ਹੈ, ਮਰਨਾ ਵੀ ਇਹਨਾਂ ਨੇ। ਪਰ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਨੇ ਕਿ ਸਹੀ ਫੈਸਲੇ ਲਏ ਨੇ, ਇਸ ਕਰਕੇ ਕਰੋਨਾ ਘੱਟ ਹੈ ਸਾਡੇ ਦੇਸ਼ 'ਚ। ਸਪੀਚ ਦਿੱਤੀ ਉਹਨਾਂ ਨੇ ਕਹਿ ਦਿੱਤਾ, ਫਿਰ ਲੋਕਾਂ ਨੂੰ ਪੁੱਛ ਲਓ ਨਾ। ਫਿਰ ਹਸਪਤਾਲ ਕਦੇ ਨਹੀਂ ਹੈਗੇ ਦਿੱਲੀ ਦੇ ਵਿੱਚ, ਤੇ ਸਟੇਡੀਅਮ 'ਚ ਬੰਦੇ ਕਿਉਂ ਲੰਮੇ ਪਾ ਰਹੇ ਹੋ? ਮਹਾਰਾਸ਼ਟਰ 'ਚ ਆਕਸੀਜਨ ਸਿਲੰਡਰ ਕਿਉਂ ਨਹੀਂ? ਲੋਕਾਂ ਨੇ ਉੱਤੇ ਲੁੱਟਖੋ ਕਰ ਲਈ ਆਕਸੀਜਨ ਸਿਲੰਡਰਾਂ ਦੀ। ਸੁਣੀਏ ਕਦੇ ਲੁੱਟਖੋ ਹੁੰਦੀ ਆਕਸੀਜਨ ਸਿਲੰਡਰਾਂ ਦੀ? ਫਿਰ ਜੇ ਇਹਨੇ ਪ੍ਰਬੰਧ ਸਹੀ ਕੀਤੇ ਸੀਗੇ, ਸਾਨੂੰ ਕੀ ਲੋੜ ਸੀਗੀ? ਪਰ ਬਹੁਤ ਵਾਰ ਕਿਹਾ ਜਾਂਦਾ ਕਿ ਸਾਡਾ ਦੇਸ਼ ਵੱਡਾ, ਟੱਬਰ ਵੱਡਾ, ਇਸ ਕਰਕੇ ਨਹੀਂ ਸਾਂਭ ਹੁੰਦਾ। ਦੇਖੋ, ਦੇਸ਼ ਵੱਡਾ ਤੇ ਇਹਨਾਂ ਨੇ ਲੈਣੀ ਸੱਤਾ, ਇਹਨਾਂ ਨੂੰ ਕੋਈ ਤਾਕਤ ਚਾਹੀਦੀ ਹੈ। ਇਹਨਾਂ ਨੂੰ ਬਸ ਇਹਨਾਂ ਨੇ ਉਸ ਤਾਕਤ ਦੇ ਸਿਰ ਤੇ ਰਾਜ ਕਰਨਾ ਹੈਗਾ। ਇਹਨਾਂ ਨੂੰ ਪਤਾ ਵੀ ਦੇਸ਼ ਦਾ ਗੱਲਾਂ ਨਾਲ ਕੰਮ ਜੇ ਚੱਲਦਾ ਪਿਆ, ਕੰਮ ਕਰਨ ਦੀ ਕੀ ਲੋੜ। ਤੇ ਇਹਨੂੰ ਇਹਨੂੰ ਸੁਧਾਰ ਕਰਨਾ ਹੈਗਾ ਨਾ ਦੇਸ਼ ਦਾ, ਬਾਕੀ ਤੁਸੀਂ ਵਿਕਾਸ ਬਹੁਤ ਤੁਹਾਨੂੰ ਸਖਤ ਕਦਮ ਲੈਣੇ ਪੈਣੇ ਨੇ। ਤੁਹਾਨੂੰ ਜਿਹੜੀ ਸੋਚ ਆ ਬਿਲਕੁਲ ਇਮਾਨਦਾਰ ਰੱਖਣੀ ਪੈਣੀ ਹੈ, ਫਿਰ ਦੇਸ਼ ਦਾ ਅਸੀਂ ਮੰਨ ਸਕਦੇ ਵਿਕਾਸ ਹੋ ਸਕਦਾ ਹੈਗਾ। ਤੇ ਵਿਕਾਸ ਕੀ ਹੋਣਾ? ਡਾਕਟਰੀ ਤੁਹਾਡੀ ਪ੍ਰਾਈਵੇਟੇਸ਼ਨ ਹੋ ਗਈ, ਐਜੂਕੇਸ਼ਨ ਤੁਹਾਡੀ ਪ੍ਰਾਈਵੇਟੇਸ਼ਨ ਹੋ ਗਈ ਹੈਗੀ। ਜੋ ਮੂਲ ਚੀਜ਼ਾਂ ਨੇ, ਜੋ ਬੁਨਿਆਦੀ ਜ਼ਰੂਰਤਾਂ ਇਨਸਾਨ ਦੀਆਂ, ਹਰ ਚੀਜ਼ ਦਾ ਪ੍ਰਾਈਵੇਟੇਸ਼ਨ ਹੋਈ ਜਾ ਰਹੀ ਹੈ। ਤੇ ਕੀ ਵਿਕਾਸ ਹੋਣਾ? ਵਿੱਦਿਆ। ਅੱਜ ਹੁਣ 2 ਫੈਸਲਿਆਂ ਬਾਰੇ ਅੱਜ ਦੇ ਵਿੱਚ ਜ਼ਰੂਰ ਜਾਂਦੇ ਗੱਲ ਕਰਾਂਗੇ ਕਿ ਜਿਹੜਾ ਮੋਦੀ ਖਾਨਾ ਖੁੱਲ੍ਹਿਆ ਲੁਧਿਆਣਾ ਦੇ ਵਿੱਚ, ਉਹਦੀਆਂ ਦਵਾਈਆਂ ਬੰਦ ਨੇ, ਉਹ ਮੋਨੋਪੋਲੀ ਹੋ ਗਈ। ਇੱਕ ਪਾਸੇ ਕਹਿੰਦੇ ਦਵਾਈਆਂ ਦੀ ਸਪਲਾਈ ਨਹੀਂ ਦੇਣੀ ਹੈਗੀ, ਉਧਰ ਇੱਕ ਪਾਸੇ ਸਕੂਲਾਂ ਦਾ ਆ ਗਿਆ ਕਿ ਸਕੂਲਾਂ ਨੂੰ ਫੀਸ ਪੂਰੀ ਦੇ ਦੇਣੀ, ਚਾਹੇ ਕਿਸੇ ਨੇ ਪੜ੍ਹਾਈ ਆਨਲਾਈਨ ਕਰਾਈ ਚਾਹੇ ਨਹੀਂ ਕਰਾਈ। ਸਮਾਜਿਕ ਸੁਧਾਰਾਂ ਦੀ ਗੱਲ ਕਰਦੇ ਹਾਂ, ਉਹ ਸਮਾਜਿਕ ਸੁਧਾਰ ਕਰਨ ਲਈ ਸਰਕਾਰ ਜ਼ਿੰਮੇਵਾਰ ਹੁੰਦੀ ਹੈ। ਉਹਨੂੰ ਚੁਣਿਆ ਜਾਂਦਾ ਵੀ ਇਹਨੇ ਸਮਾਜ ਪੱਖੀ ਸਹੀ ਫੈਸਲੇ ਲੈਣੇ ਨੇ। ਤੁਸੀਂ ਕਾਨੂੰਨ ਕਿਉਂ ਨਹੀਂ ਬਣਾਉਂਦੇ ਹੈਗੇ? ਤੁਸੀਂ ਪ੍ਰਾਈਸ ਕੰਟਰੋਲ ਕਿਉਂ ਨਹੀਂ ਕਰਦੇ ਹੈਗੇ? ਜਿਹਦਾ ਜੀ ਕਰਦਾ 12 ਰੁਪਏ ਦਾ ਪੱਤਾ 28 ਰੁਪਏ ਦਾ ਵੇਚੀ ਜਾਂਦਾ, ਤੁਸੀਂ ਕੱਲ 12 ਪੱਤਾ ਜਾਂ 15 'ਚ ਵਿਕਣਾ ਹੈਗਾ ਤੁਹਾਡੇ ਖਰਚੇ ਕੱਢ ਕੇ। ਇਹ ਸਰਕਾਰ ਨੇ ਫੈਸਲੇ ਲੈਣੇ ਨੇ, ਤੇ ਬੁਨਿਆਦੀ ਜ਼ਰੂਰਤ। ਬਹੁਤ ਸਾਰੇ ਦੇਸ਼ਾਂ 'ਚ ਕਾਨੂੰਨ ਹੈ ਕਿ ਤੁਸੀਂ 10% ਤੋਂ 15% ਤੋਂ ਵੱਧ ਨਹੀਂ ਲੈ ਸਕਦੇ ਹੈਗੇ। 35% ਮਾਰਜਨ ਤੁਸੀਂ ਲੈ ਸਕਦੇ ਹੋ ਕਿਸੇ ਬਿਜ਼ਨਸ ਦੇ ਵਿੱਚ। ਤੇ ਬੁਨਿਆਦੀ ਜ਼ਰੂਰਤਾਂ ਨੇ ਤੇ ਬੁਨਿਆਦੀ ਸਹੂਲਤਾਂ ਲਈ ਸਰਕਾਰ ਨੇ ਲੋਕਾਂ ਨੂੰ ਸੋਚਿਆ ਤੁਸੀਂ ਫ੍ਰੀ ਮੈਡੀਕਲ ਸਿਸਟਮ ਨਹੀਂ ਦੇ ਸਕਦੇ, ਕਮ ਸੇ ਕਮ ਉਹਦੇ 'ਤੇ ਕੰਟਰੋਲ ਕਰ ਲਓ। ਇਹ ਲੁੱਟ ਹੋ ਰਹੀ ਹੈਗੀ ਆ। ਮੋਦੀ ਖਾਨਾ ਦੇਖੋ, ਮੋਦੀ ਖਾਨੇ ਵਾਲਾ ਇਸ਼ੂ ਕੀ ਸੀ, ਕੀ ਬਣ ਗਿਆ ਹੈਗਾ? ਅੰਤ ਤੱਕ ਕੁਝ ਨਹੀਂ ਹੋਣਾ ਹੈਗਾ। ਇੱਕ ਬੰਦਾ ਅੱਜ ਬੜੇ ਸਿਸਟਮ ਨਹੀਂ ਲੜ ਸਕਦਾ ਹੈਗਾ। ਤੁਸੀਂ ਅੱਜ ਦੇਖ ਲਓ, ਅੱਜ ਤੋਂ ਹਫ਼ਤੇ ਬਾਅਦ 10 ਦਿਨਾਂ ਬਾਅਦ, ਮੈਂ ਸੱਚੀਆਂ ਗੱਲਾਂ ਕਰਦਾ, ਕਿਸੇ ਨੇ ਮੋਦੀ ਖਾਨੇ ਨੂੰ ਨਹੀਂ ਪੁੱਛਣਾ ਹੈਗਾ, ਮੁੱਦਾ ਖਤਮ ਹੋ ਜਾਣਾ। ਕੌਣ ਇਕੱਲਾ ਬੰਦਾ ਇੱਡੇ ਵੱਡੇ ਸਿਸਟਮ ਨਾਲ ਕਿੱਥੇ ਲੜ ਲੂਗਾ ਜੀ? ਐਡੇ ਵੱਡੇ ਦੂਜੇ ਪਾਸੇ ਸਾਰੀ ਮੈਡੀਕਲ ਐਸੋਸੀਏਸ਼ਨ ਇਕੱਠੀ ਹੋ ਗਈ, ਕੈਮਿਸਟ ਐਸੋਸੀਏਸ਼ਨ ਇਕੱਠੀ ਹੋ ਗਈ, ਉਹ ਲੋਕਾਂ ਦਾ ਖੂਨ ਚੂਸੀ ਜਾਂਦੇ ਨੇ, ਲੋਕਾਂ ਦਾ ਖੂਨ ਹੀ ਚੂਸ ਰਹੇ ਨੇ ਐਸੋਸੀਏਸ਼ਨ ਇਕੱਠੀਆਂ ਹੋ ਕੇ। ਇੱਕ ਇਕੱਲਾ ਬੰਦਾ ਲੜਨਾ ਸਿਸਟਮ ਨਾਲ ਬਹੁਤ ਔਖਾ ਹੈਗਾ। ਇਹ ਤਾਂ ਦੇਖੋ, ਲੋਕਾਂ 'ਚ ਚੇਤਨਾ ਹੋਊਗੀ ਤੇ ਲੋਕ
ਮਤਲਬ ਲਾਮਬੰਦ ਹੋਣਗੇ ਜੀ ਫਿਰ ਲੋਕ ਸਰਕਾਰਾਂ ਨੂੰ ਜਦੋਂ ਸਵਾਲ ਪੁੱਛੇ ਜਾਣਗੇ ਜੀ ਸਰਕਾਰੀ ਮਸ਼ੀਨਰੀ ਨੂੰ ਸਵਾਲ ਪੁੱਛੇ ਜਾਣਗੇ ਬਿਊਰੋਕਰੇਟ ਨੂੰ ਸਵਾਲ ਪੁੱਛੇ ਜਾਣਗੇ ਤੇ ਫਿਰ ਇਹਨਾਂ ਨੇ ਹਿੱਲਣਾ ਹੁਲਣਾ ਨਹੀਂ ਤਾਂ ਇਹਨਾਂ ਨੇ ਤਾਂ ਮਜ਼ਾਕ ਬਣਾਇਆ ਹੋਇਆ ਤੇ ਇਸੀ ਕਮਰੇ 'ਚ ਬੈਠੇ ਨੇ ਜਿਹੜੀ ਆਲੀਸ਼ਾਨ ਕੋਠੀਆਂ ਦੇ ਵਿੱਚ ਮੌਜਾਂ ਕਰਦੇ ਪਏ ਨੇ ਤੁਹਾਡਾ ਬਿਲਕੁਲ ਕੋਸ਼ਿਸ਼ ਹੈ ਵੀ ਕਿਵੇਂ ਜਨਤਾ ਨੂੰ ਗੁੰਮਰਾਹ ਕਰ ਲਈਏ ਬਸ ਕੋਸ਼ਿਸ਼ ਨਹੀਂ ਹੁੰਦੀ ਗੁੰਮਰਾਹ ਲੈਣ ਲੋਕ ਉਹੀ ਹੈ ਕੋਸ਼ਿਸ਼ ਨਹੀਂ ਹੈ ਉਹ ਗੁੰਮਰਾਹ ਹੀ ਹੁੰਦੇ ਇਹ ਨਹੀਂ ਕੋਸ਼ਿਸ਼ ਕਰਕੇ ਵੀ ਇਹ ਵੀ ਲੋਕੀ ਗੁੰਮਰਾਹ ਨਾ ਹੋਣ ਗੁੰਮਰਾਹ ਹੀ ਹੋ ਰਹੇ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ ਲੋਕੀ ਗੁੰਮਰਾਹ ਹੀ ਚਲੋ ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਦੀ ਗੱਲਬਾਤ ਕਰਨ ਦੇ ਲਈ ਬੇਬਾਕੀ ਦੇ ਨਾਲ ਗੱਲਬਾਤ ਤੁਸੀਂ ਕੀਤੀ ਹੈ ਪਰ ਮੈਨੂੰ ਲੱਗਦਾ ਕਿ ਇੱਥੇ ਇੱਕ ਤਾਂ ਐਜੂਕੇਸ਼ਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਦੂਜਾ ਸੋਚਣਾ ਚਾਹੀਦਾ ਹੈ ਕਿ ਜਿਹੜੇ ਜੋ ਫੈਸਲੇ ਸਰਕਾਰਾਂ ਲੈਂਦੀਆਂ ਨੇ ਉਹਦਾ ਹਿਡਨ ਏਜੰਡਾ ਕੀ ਹੈ ਉਹ ਤੁਹਾਨੂੰ ਕਿਵੇਂ ਪੇਸ਼ ਕੀਤੇ ਜਾਂਦੇ ਨੇ ਤੇ ਉਹਦੇ ਪਿੱਛੇ ਕਾਰਨ ਕੀ ਹੁੰਦੇ ਨੇ ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।